ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ 'ਤੇ ਅਰਥ ਕਰਾਂਗੇ। ਅੱਜ 159ਵੇਂ ਸ਼ਬਦ ਦੀ ਵਾਰੀ ਹੈ ਜੀ। ਰਾਗੌੜੀ ਮਾਲਾ ਮਹੱਲਾ ਪੰਜਵਾਂ। ਏਕ ਓਂਕਾਰ ਸਤਿਗੁਰੂ ਪ੍ਰਸਾਦ, ਪਾਇਓ ਬਾਲ ਬੁੱਧ ਸੁਖ ਰੇ। ਹਰਖ ਸੋਗ ਹਾਨ ਮਿਰਤੂ, ਦੁਖ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਓ। ਪਾਇਓ ਬਾਲ ਬੁੱਧ ਸੁਖ ਰੇ। ਹਰਖ ਸੋਗ ਹਾਨ ਮਿਰਤੂ, ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਓ। ਜਿਉ ਲਿਓ ਹੋਂ ਖੁਸ਼ ਸੋਚਿਓ ਚਿਤਵਿਓ, ਤਿਉ ਲੋ ਦੁਖਨ ਭਰੇ। ਜੋ ਕਿਰਪਾਲ ਗੁਰ ਪੂਰਾ ਭੇਟਿਆ, ਤਿਉ ਆਨੰਦ ਸਹਿਜੇ। ਜੇਤੀ ਸਿਆਣਪ ਕਰ ਹੋ ਕੀਏ, ਤੇਤੇ ਬੰਦ ਪਰੇ। ਜੋ ਸਾਧੂ ਕਰ ਮਸਤਕ ਧਰਿਓ, ਤਬ ਹਮ ਮੁਕਤ ਭਏ। ਜਿਉ ਲੋ ਮੇਰੋ ਮੇਰੋ ਕਰਤੋ, ਤਿਉ ਲਿਓ ਬਿਖ ਘੇਰੇ। ਮਨ ਤਨ ਬੁੱਧਿ ਅਰਪੀ ਠਾਕਰ ਕੋ, ਤਬ ਹਮ ਸਹਿਜ ਸੋਏ। ਜਿਉ ਲਿਓ ਪੋਟ ਉਠਾਈ ਚੱਲਿਓ, ਤਿਉ ਲਿਓ ਢਾਨ ਭਰੇ। ਪੋਟ ਡਾਰ ਗੁਰ ਪੂਰਾ ਮਿਲਿਆ, ਤਿਉ ਨਾਨਕ ਨਿਰਭੈ। ਜਿਉ ਲਿਓ ਪੋਟ ਉਠਾਈ ਚੱਲਿਓ, ਤਿਉ ਲਿਓ ਢਾਨ ਭਰੇ। ਪੋਟ ਡਾਰ ਗੁਰ ਪੂਰਾ ਮਿਲਿਆ, ਤਿਉ ਨਾਨਕ ਨਿਰਭੈ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਮੁਖੋ, ਅਸੀਂ ਆਪਣੀ ਬਾਲ ਬੁੱਧੀ ਵਿੱਚ ਸੱਚਾ ਸੁੱਖ ਪ੍ਰਾਪਤ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਜਦੋਂ ਪੂਰਾ ਦਿਆਲੂ ਕਿਰਪਾਲੂ ਮਿਹਰ ਵਾਲਾ ਗੁਰੂ ਮਿਲਿਆ ਜੀ, ਤਾਂ ਸਾਡੇ ਸਾਰੇ ਖੁਸ਼ੀ ਗਮੀ ਘਾਟਾ ਮੌਤ ਦੁੱਖ ਸੁੱਖ ਹਿਰਦੇ ਵਿੱਚ ਇੱਕੋ ਜਿਹੇ ਅਨੁਭਵ ਹੋਣ ਲੱਗ ਪਏ ਜੀ। ਭਾਵ ਜਦੋਂ ਦਿਆਲੂ ਪਰਮੇਸ਼ਰ ਦੀ ਮਿਹਰ ਸਦਕਾ ਸਾਡਾ ਮਨ ਅਤੇ ਹਿਰਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜਿਆ ਜੀ, ਅਤੇ ਸਾਨੂੰ ਇਹ ਪਤਾ ਚੱਲ ਗਿਆ ਜੀ ਕਿ ਜਨਮ ਮਰਨ ਅਤੇ ਸਭ ਵਾਧੇ ਘਾਟੇ ਖੁਸ਼ੀ ਗਮੀ ਇਹ ਸਭ ਕੁਛ ਉਸ ਪਰਮਾਤਮਾ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਤੱਕ ਮੈਂ ਆਪਣੇ ਆਪ ਕੁਝ ਸੋਚਦਾ ਅਤੇ ਚਿਤਵਦਾ ਸਾਂ, ਤਦ ਤੱਕ ਮੇਰੋ ਦੁੱਖ ਭਰੇ ਰਹਿੰਦੇ ਸਨ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਵੇਲੇ ਕਿਰਪਾਲੂ ਦਿਆਲ ਗੁਰੂ ਦੀ ਮਿਹਰ ਸਦਕਾ ਮੈਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜਿਆ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਸ ਵੇਲੇ ਮੇਰੀ ਸਾਰੀ ਇਹੋ ਤਰ੍ਹਾਂ ਦੀ ਸੋਚਣੀ ਚਿਤਵਨੀ ਦੂਰ ਹੋ ਗਈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਮੈਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਸਹਿਜੇ ਹੀ ਆਨੰਦ ਆਉਣ ਲੱਗ ਪਿਆ ਜੀ। ਭਾਵ ਮੇਰੇ ਹਿਰਦੇ ਅੰਦਰ ਮਨ ਅੰਦਰ ਸਰੀਰ ਅੰਦਰ ਸਹਿਜ ਆ ਗਿਆ ਜੀ, ਠਹਿਰਾਵ ਆ ਗਿਆ ਜੀ। ਗੁਰੂ ਜੀ ਇਸ ਰਿਹਾਉ ਦੀਆਂ ਪੰਕਤੀਆਂ 'ਚ ਕਹਿੰਦੇ ਹਨ ਕਿ ਜਿਸ ਤਰ੍ਹਾਂ ਬੱਚਾ ਛੋਟਾ ਬੱਚਾ, ਉਹਨੂੰ ਤੇਰ ਮੇਰ ਅਤੇ ਬੇਗਾਨਾ ਆਪਣਾ ਦੀ ਇੰਨੀ ਸਮਝ ਨਹੀਂ ਹੁੰਦੀ, ਉਹ ਹਰ ਇੱਕ ਨਾਲ ਇੱਕੋ ਜਿਹਾ ਵਰਤਾਵ ਅਤੇ ਪਿਆਰ ਕਰਦਾ ਹੈ ਜੀ। ਗੁਰੂ ਜੀ ਕਹਿੰਦੇ ਨੇ, ਇਸੇ ਤਰ੍ਹਾਂ ਹੀ ਸਾਨੂੰ ਆਪਣੀ ਬੁੱਧੀ ਸਮਝਣੀ ਚਾਹੀਦੀ ਹੈ ਜੀ ਉਸ ਪਰਮੇਸ਼ਰ ਅੱਗੇ, ਅਤੇ ਉਸ ਪਰਮੇਸ਼ਰ ਦੇ ਨਾਲ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਜੁੜਨਾ ਚਾਹੀਦਾ ਹੈ ਜੀ। ਅਤੇ ਫਿਰ ਪਰਮੇਸ਼ਰ ਵੀ ਆਪਣੀ ਮਿਹਰ ਕਿਰਪਾ ਦਿਆਲਤਾ ਕਰਦਾ ਹੈ ਜੀ, ਅਤੇ ਉਸ ਨਾਲ ਫਿਰ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਜੀ।
ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਅਸੀਂ ਆਪਣੇ ਵੱਲੋਂ ਜਿਤਨੀ ਸਿਆਣਪਾਂ ਅਤੇ ਹਉਮੈ ਦੇ ਕੰਮ ਕਰਦੇ ਰਹੇ, ਉਤਨੇ ਜ਼ਿਆਦਾ ਹੀ ਦੁੱਖ ਅਤੇ ਬੰਧਨ ਪੈਂਦੇ ਰਹੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਦੋਂ ਸਾਧ ਸੰਗਤ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੇ ਸਾਡੇ ਮੱਥੇ ਉੱਤੇ, ਭਾਵ ਸਿਰ ਉੱਤੇ ਕਿਰਪਾ ਭਰਿਆ ਹੱਥ ਰੱਖਿਆ ਜੀ, ਫਿਰ ਗੁਰੂ ਜੀ ਕਹਿੰਦੇ ਤਦੋਂ ਅਸੀਂ ਹਰ ਪ੍ਰਕਾਰ ਦੇ ਬੰਧਨਾਂ ਤੋਂ ਮੁਕਤ ਹੋ ਗਏ ਜੀ। ਭਾਵ ਫਿਰ ਅਸੀਂ ਆਪਣਾ ਆਪ ਉਸ ਪਰਮਾਤਮਾ ਦੇ ਅੱਗੇ ਧਰ ਦਿੱਤਾ ਕਿ ਹੇ ਵਾਹਿਗੁਰੂ, ਜੋ ਵੀ ਤੂੰ ਕਰ ਰਿਹਾ ਹੈ ਉਹ ਸਾਨੂੰ ਤੁਹਾਡੇ ਹੀ ਹੁਕਮ 'ਚ ਹੋ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਜਦੋਂ ਤੱਕ ਅਸੀਂ ਮੇਰੀ ਕਰਦੇ ਸਾਂ, ਤਦ ਤੱਕ ਮਾਇਆਵੀ ਰੂਪੀ ਜ਼ਹਿਰ ਹਉਮੈ ਦੇ ਘੇਰੇ ਵਿੱਚ ਫਸੇ ਰਹਿੰਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਦੋਂ ਅਸੀਂ ਆਪਣੇ ਹਿਰਦੇ, ਮਨ, ਸਰੀਰ ਅਤੇ ਬੁੱਧੀ ਉਸ ਪਰਮੇਸ਼ਰ ਸਵਾਮੀ ਨੂੰ ਭੇਟਾ ਕਰਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜੇ ਜੀ, ਤਾਂ ਅਸੀਂ ਅਚਿੰਤ ਅਵਸਥਾ ਵਿੱਚ, ਭਾਵ ਚਿੰਤਾ ਤੋਂ ਰਹਿਤ ਅਵਸਥਾ ਵਿੱਚ ਲੀਨ ਹੋ ਗਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਤੱਕ ਅਸੀਂ ਮਾਇਆਵੀ ਵਿਕਾਰਾਂ ਦੀ ਪਾਪਾਂ ਰੂਪੀ ਪੋਟਲੀ ਆਪਣੇ ਸਿਰ 'ਤੇ ਚੁੱਕੇ ਫਿਰਦੇ ਸਾਂ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਦੋਂ ਤੱਕ ਸਾਨੂੰ ਧਰਮਰਾਜੇ ਦਾ ਡੰਡਾ ਉਸ ਤੋਂ ਬੜਾ ਡਰ ਲੱਗਦਾ ਸੀ ਜੀ। ਭਾਵ ਮੌਤ ਦਾ ਡਰ ਸਤਾਉਂਦਾ ਰਿਹਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦੋਂ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਪੂਰਾ ਗੁਰੂ ਮਿਲ ਪਿਆ ਜੀ, ਭਾਵ ਅਸੀਂ ਆਪਣੇ ਹਿਰਦੇ ਵਿੱਚ ਵਸਾ ਲਿਆ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਅਸੀਂ ਆਪਣੀ ਮਾਇਆਵੀ ਰੂਪੀ ਪਾਪਾਂ ਦੀ ਪੋਟਲੀ ਸੁੱਟ ਕੇ ਗੁਰੂ ਦੇ ਹੁਕਮ ਅੱਗੇ ਨਿਸ਼ਚੰਦ ਹੋ ਗਏ। ਭਾਵ ਆਪਣਾ ਆਪ ਉਸ ਪਰਮੇਸ਼ਰ ਅੱਗੇ ਅਰਪਣ ਕਰ ਦਿੱਤਾ ਜੀ, ਕਿਉਂਕਿ ਸਾਡੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਜੀ। ਅਸੀਂ ਵੀ ਇਸ ਪਰਮਾਤਮਾ ਦਾ ਹੀ ਇੱਕ ਅੰਸ਼ ਹਾਂ ਜੀ, ਅਤੇ ਫਿਰ ਸਾਨੂੰ ਹਰ ਪ੍ਰਕਾਰ ਦੇ ਡਰ ਤੋਂ ਅਸੀਂ ਰਹਿਤ ਹੋ ਗਏ ਜੀ। ਭਾਵ ਜਦੋਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਅਸੀਂ ਉਸ ਪਰਮੇਸ਼ਰ ਨਾਲ ਲੱਗੇ ਜੀ, ਤਾਂ ਅਸੀਂ ਉਸ ਪਰਮਾਤਮਾ ਦੇ ਅੰਸ਼ ਦੇ ਨਾਲ ਜੁੜ ਕੇ ਸਾਰੇ ਮਾਇਆਵੀ ਵਿਕਾਰਾਂ ਤੋਂ ਰਹਿਤ ਅਤੇ ਜਨਮ ਮਰਨ ਦੇ ਡਰ ਤੋਂ, ਦੁੱਖਾਂ ਦੇ ਡਰ ਤੋਂ ਰਹਿਤ ਹੋ ਗਏ ਜੀ। ਕਿਉਂਕਿ ਇਸ ਗੱਲ ਦੀ ਸਾਨੂੰ ਸਮਝ ਆ ਗਈ ਜੀ ਕਿ ਇਹ ਜੋ ਕੁਝ ਵੀ ਹੋ ਰਿਹਾ ਹੈ, ਜਨਮ ਮਰਨ, ਦੁੱਖ ਸੁੱਖ, ਇਹ ਸਭ ਪਰਮੇਸ਼ਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਛੋਟੇ ਨਿਰਮਲ ਬਾਲ ਬੁੱਧੀ, ਭਾਵ ਛੋਟੇ ਬੱਚਿਆਂ ਨੂੰ ਆਪਣੇ ਪਰਾਏ ਦਾ ਭੇਦ ਨਹੀਂ ਹੁੰਦਾ। ਫਿਰ ਗੁਰੂ ਜੀ ਕਹਿੰਦੇ ਨਾ, ਤੇ ਉਹ ਵੈਰ ਭਾਵਨਾ ਤੋਂ ਰਹਿਤ ਹੁੰਦੇ ਹਨ ਜੀ। ਉਹ ਕਿਸੇ ਨਾਲ ਵੈਰ ਨਹੀਂ ਕਰਦੇ, ਕਿਉਂਕਿ ਉਹ ਛੋਟੇ ਬੱਚੇ ਨੇ। ਫਿਰ ਗੁਰੂ ਜੀ ਕਹਿੰਦੇ ਨਾ, ਤੇ ਉਹ ਸਭ ਨਾਲ ਪਿਆਰ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਇਹ ਇਸੇ ਤਰ੍ਹਾਂ ਹੀ ਇਸ ਸ਼ਬਦ ਵਿੱਚ ਵੀ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਇਸ ਪੰਕਤੀ ਵਿੱਚ ਦੱਸਦੇ ਹਨ, ਪਾਇਓ ਬਾਲ ਬੁੱਧ ਸੁਖਰੇ ਦਾ ਵਰਣਨ ਕੀਤਾ ਹੈ ਕਿ ਬੱਚਿਆਂ ਦੀ ਨਿਰਮਲ ਬੁੱਧੀ ਨੂੰ ਖੁਸ਼ੀ, ਗਮੀ, ਘਾਟੇ, ਵਾਧੇ ਅਤੇ ਦੁੱਖ ਸੁੱਖ ਦਾ ਕੋਈ ਅੰਦਾਜ਼ਾ, ਭੇਦ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਸਿਆਣਪਾਂ ਵਾਲੀ ਬੁੱਧੀ ਕਈ ਪ੍ਰਕਾਰ ਦੇ ਕਰਮਾਂ ਵਿੱਚ
ਅਤੇ ਮਾਇਆਵੀ ਵਿਕਾਰਾਂ ਵਿੱਚ ਫਸਣ ਦਾ ਕਾਰਨ ਬਣਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮੈਂ ਮੇਰੀ ਦਾ ਘੇਰਾ ਹਉਮੈ ਵਿਸ਼ਾਲ ਕਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਲਈ ਗੁਰੂ ਸਾਹਿਬ ਨੇ ਇਸ ਸ਼ਬਦ ਦੀ ਇਸ ਪੰਕਤੀ ਵਿੱਚ ਸਾਨੂੰ ਦੱਸਦੇ ਹਨ, ਮਨ ਤਨ ਬੁੱਧ ਅਰਪੀ ਠਾਕਰ ਕੋ ਤਬ ਹਮ ਸਹਿਜ ਸੋਏ। ਮਨ ਤਨ ਬੁੱਧ ਅਰਪੀ ਠਾਕਰ ਕੋ ਤਬ ਹਮ ਸਹਿਜ ਸੋਏ। ਭਾਵ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਮਨ ਦੀ ਬੁੱਧੀ, ਤਨ ਦੀ ਦੁੱਖ ਸੁੱਖ ਤੇ ਬੁੱਧ ਭਾਵ ਆਪਣੀ ਸੋਝੀ ਉਸ ਅੱਗੇ ਅਰਪਣ ਕਰ ਦਿੱਤੀ, ਤਾਂ ਹੀ ਫਿਰ ਠਾਕਰ ਪਰਮੇਸ਼ਰ ਸਾਡੇ ਉੱਤੇ ਮਿਹਰਬਾਨ ਹੋਏ ਤੇ ਅਸੀਂ ਉਸ ਦੀ ਮਿਹਰ ਤੇ ਦਿਆਲਤਾ ਤੇ ਕਿਰਪਾ ਕਾਰਨ ਸਹਿਜ ਅਵਸਥਾ ਵਿੱਚ ਆ ਗਏ ਜੀ। ਭਾਵ ਤਾਂ ਹੀ ਸਾਨੂੰ ਉਸ ਪਰਮੇਸ਼ਰ ਦੀ ਸੋਝੀ ਹੋਏ ਜੀ ਕਿ ਉਹ ਪਰਮੇਸ਼ਰ ਸਾਡੇ ਅੰਦਰ ਹੀ ਹੈ ਜੀ, ਤੇ ਤਾਂ ਹੀ ਅਸੀਂ ਆਪਣੇ ਮੂਲ ਨੂੰ ਪਹਿਚਾਨ ਸਕੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ, ਜਦੋਂ ਤੱਕ ਮਨੁੱਖ ਮਾਣ ਹੰਕਾਰ ਦੀ ਪੰਡ ਆਪਣੇ ਸਿਰ 'ਤੇ ਚੁੱਕੀ ਫਿਰਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਦੋਂ ਤੱਕ ਉਹ ਦੁਖੀ ਹੁੰਦਾ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਜਦੋਂ ਇਹ ਪੰਡ ਸਿਰ ਤੋਂ ਲਾ ਕੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਜੁੜਦਾ ਹੈ ਜੀ, ਤਾਂ ਫਿਰ ਗੁਰੂ ਜੀ ਕਹਿੰਦੇ ਹਨ, ਆਪਣੀ ਪਰਮੇਸ਼ਰ ਆਪਣੀ ਮਿਹਰ ਕਿਰਪਾ ਕਰਦੇ ਹਨ ਜੀ, ਅਤੇ ਸਾਨੂੰ ਆਪਣੇ ਨਾਲ ਗਲੇ ਨਾਲ ਲਗਾਉਂਦੇ ਹਨ ਜੀ, ਭਾਵ ਨਾਲ ਜੋੜ ਲੈਂਦੇ ਹਨ ਜੀ, ਕਿਉਂਕਿ ਅਸੀਂ ਹੈ ਹੀ ਪਰਮੇਸ਼ਰ ਦਾ ਇੱਕ ਅੰਸ਼ ਹਾਂ ਜੀ। ਸਿਰਫ ਪਹਿਚਾਨਣ ਦੀ ਗੱਲ ਹੈ ਜੀ, ਜੋ ਕਿ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਹਿਚਾਨਣਾ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਜਦੋਂ ਜੀਵ ਦੀ ਬੁੱਧੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਬਦਲਦੀ ਹੈ ਜੀ, ਅਤੇ ਉਸਨੂੰ ਆਪਣੀ ਆਪ ਦੀ ਪਹਿਚਾਨ ਹੁੰਦੀ ਹੈ ਜੀ, ਤੇ ਪਰਮੇਸ਼ਰ ਦੀ ਪਹਿਚਾਨ ਹੁੰਦੀ ਹੈ ਜੀ, ਤਾਂ ਹੀ ਉਸਨੂੰ ਫਿਰ ਸਹਿਜ ਅਵਸਥਾ ਸੁੱਖ ਪ੍ਰਾਪਤ ਹੁੰਦਾ ਹੈ ਜੀ। ਫਿਰ ਜਿਸ ਤਰ੍ਹਾਂ ਗੁਰੂ ਜੀ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਸਾਨੂੰ ਦੱਸਦੇ ਹਨ ਕਿ ਜਿਉਲੋ ਪੋਟ ਉਠਾਈ ਚੱਲਿਓ ਤਿਉਲੋ ਡਾਨ ਭਰੇ, ਪੋਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭੈ। ਜਿਉਲੋ ਪੋਟ ਉਠਾਈ ਚੱਲਿਓ ਤਿਉਲੋ ਡਾਨ ਭਰੇ, ਪੋਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਭੈ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।